ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਸੰਤ ਬਾਬਾ ਆਨੰਦ ਸਿੰਘ ਜੀ ਨਾਨਕ ਸਰਵ ਕਲੀਰਾਂ ਵਾਲਿਆਂ ਦੀਆਂ ਸਾਖੀਆਂ ਬਾਰੇ ਜਾਣੂ ਕਰਾਉਣ ਜਾ ਰਹੇ ਹਾਂ। ਅੱਜ ਅਸੀਂ ਉਹਨਾਂ ਦੀ ਅਗਲੀ ਸਾਖੀ ਠਾਠ ਦੀ ਵਾਪਸੀ ਨਵੇਂ ਠਾਠ ਦੀ ਨੀਂਹ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ। ਦਿੱਲੀ ਤੋਂ ਝਟਪਟ ਆਸਨ ਚੁੱਕ ਲੈਣ ਦਾ ਮੁੱਖ ਕਾਰਨ ਇਹ ਜਾਪਦਾ ਹੈ ਕਿ ਬਾਬਾ ਜੀ ਦੇ ਅਨਿਨ ਸੇਵਕ ਸਰਦਾਰ ਸੰਪੂਰਨ ਸਿੰਘ ਹੋਰੀ ਆਪਣੀ ਸਿੰਘਣੀ ਸਹਿਤ ਬਾਬਾ ਜੀ ਦੇ ਦਰਸ਼ਨਾਂ ਦੀ ਸਿੱਕੇ ਵਿੱਚ ਇੱਕ ਬਚਿੱਤਰ ਯਾਤਰਾ ਪੈਦਲ ਕਰਦੇ ਆ ਰਹੇ ਸਨ, ਜਿਸ ਦਾ ਅਦਭੁਤ ਵਰਣਨ ਉਹਨਾਂ ਦੀ ਹੱਡਬੀਤੀ ਵਿੱਚ ਪੜ੍ਹਿਆ ਜਾਵੇ। ਭਲਾ ਬਾਬਾ ਜੀ ਕਦੇ ਸਹਾਰ ਸਕਦੇ ਸਨ ਕਿ ਇਹ ਦੰਪਤੀ ਭਾਵੇਂ ਆਪਣੇ ਹੱਠ ਵਿੱਚ ਸੈਂਕੜੇ ਮੀਲਾਂ ਦਾ ਸਫ਼ਰ ਪੈਦਲ ਕਰਕੇ ਦਿੱਲੀ ਪੁੱਜਣ, ਸੋ ਕੋਟ ਪੈਂਡਾ ਆਗੇ ਹੋਏ ਲੇਤ ਹੈ ਦੇ ਵਾਕ ਅਨੁਸਾਰ ਇਸ ਦੰਪਤੀ ਦੇ ਕਲੇਰਾਂ ਵਾਲੀ ਵੱਡੀ ਸੜਕ ਤੇ ਪੁੱਜਣ ਤੋਂ ਪਹਿਲਾਂ ਹੀ ਬਾਬਾ ਜੀ ਠਾਠ ਤੇ ਪੁੱਜ ਗਏ, ਜਿਸ ਦਾ ਪਤਾ ਸਰਦਾਰ ਜੀ ਨੂੰ ਸੰਗਤਾਂ ਦੀ ਆਵਾਜਾਈ ਤੋਂ ਲੱਗਾ। ਇਸ ਤਰ੍ਹਾਂ ਨਵੇਂ ਠਾਠ ਦੀ ਦਾਗ ਬੈਰ ਲਾਉਣ ਦਾ ਕੰਮ ਆਉਂਦਿਆਂ ਹੀ ਇਹਨਾਂ ਦੇ ਸਪੁਰਦ ਹੋ ਗਿਆ। ਇਸ ਕਾਰਵਾਈ ਦਾ ਮਤਲਬ ਹੁੰਦਾ ਹੈ ਕਿ ਬੋਲ ਨਾਲ ਦਾਗ ਲਾਉਣੇ, ਭਾਵ ਜ਼ਮੀਨ ਤੇ ਇਸ ਤਰ੍ਹਾਂ ਦਾ ਨਕਸ਼ਾ ਬਣਾਉਣਾ। ਪਤਾ ਲੱਗਾ ਹੈ ਕਿ ਇਹਨਾਂ ਦਿਨਾਂ ਵਿੱਚ ਹੀ ਜਗਰਾਓਂ ਕਲਕੱਤੇ ਵਾਲੀ ਪ੍ਰਸਿੱਧ ਗਾਇਕਾ ਇਲਾਹੀ ਜਾਨ ਨੇ ਬਾਬਾ ਜੀ ਦੇ ਦਰਸ਼ਨ ਕਰਨ ਤੇ ਆਪਣਾ ਸੰਗੀਤ ਸੁਣਾਉਣ ਦਾ ਯਤਨ ਕੀਤਾ। ਇਸ ਘਟਨਾ ਦਾ ਵਰਣਨ ਅੱਗੇ ਆਇਆ ਹੈ, ਪਰ ਸਰਦਾਰ ਅਵਤਾਰ ਸਿੰਘ ਜੀ ਤੋਂ ਪਤਾ ਲੱਗਾ ਹੈ ਕਿ ਇਸ ਘਟਨਾ ਦੇ ਵੇਰਵੇ ਵਿੱਚ ਫਰਕ ਹੈ, ਜੋ ਹੋਰ ਪੜਤਾਲ ਕਰਨ ਉਪਰੰਤ ਸੋਧਿਆ ਜਾਵੇਗਾ। ਪੂਰਨਮਾਸ਼ੀ ਦੇ ਪਿੱਛੋਂ ਜੋ ਅੰਮ੍ਰਿਤ ਪ੍ਰਚਾਰ ਹੋਇਆ, ਉਸ ਵਿੱਚ ਲਾਹੌਰ ਦੇ ਕਈ ਪਰਿਵਾਰਾਂ ਨੂੰ ਜਹਾਜ਼ੇ ਚਾੜ੍ਹਿਆ ਗਿਆ। ਮਰਦਾਂ ਤੇ ਇਸਤਰੀਆਂ ਨੂੰ ਅੰਮ੍ਰਿਤ ਅੱਡ-ਅੱਡ ਝੋਲੀਆਂ ਵਿੱਚ ਛਕਾਇਆ ਜਾਂਦਾ ਸੀ। ਇਸਤਰੀਆਂ ਵਿੱਚ ਬਹੁਤ ਸਾਰੀਆਂ ਪੇਂਡੂ ਵੀ ਰਲ ਗਈਆਂ, ਜਿਨ੍ਹਾਂ ਵਿੱਚ ਇੱਕ ਤੇ ਕਿਸੇ ਵੱਡੇ ਘਰ ਵਾਲੀ ਨੇ ਕੁਝ ਘ੍ਰਿਣਾ ਪ੍ਰਗਟ ਕੀਤੀ ਤੇ ਉਸਨੇ ਹੌਲੀ ਦੇ ਕੇ ਜਥੇਦਾਰ ਨੂੰ ਕਹਿ ਦਿੱਤਾ ਕਿ ਬਾਟਾ ਸਾਡੇ ਵੱਲੋਂ ਸ਼ੁਰੂ ਕੀਤਾ ਜਾਵੇ, ਪਰ ਮੋੜ ਕੇ ਨਾ ਲਿਆਂਦਾ ਜਾਵੇ। ਡਰੋਲੀ ਜੀ ਨੇ ਇਵੇਂ ਹੀ ਕੀਤਾ। ਜਦ ਅੰਮ੍ਰਿਤ ਪਾਨ ਕਰਕੇ ਇਸਤਰੀਆਂ ਦਾ ਜੱਥਾ ਵਾਪਸ ਗਿਆ ਤਾਂ ਦੀਵਾਨ ਲੱਗਿਆ ਹੋਇਆ ਸੀ। ਜੱਥੇ ਵਿੱਚ ਕੁਝ ਇਸਤਰੀਆਂ ਸ਼ਬਦ ਪੜ੍ਹਨ ਲੱਗ ਪਈਆਂ, ਜੋ ਉੱਥੋਂ ਦੀ ਰਹੁ ਰੀਤੀ ਦੇ ਅਨੁਕੂਲ ਨਹੀਂ ਸੀ। ਅੰਤਰਜਾਮੀ ਬਾਬਾ ਜੀ ਨੇ ਤਾੜਨਾ ਕਰਦੇ ਹੋਏ ਫੁਰਮਾਇਆ, ਜਿਸ ਦਾ ਭਾਵ ਸੀ ਕਿ ਅੰਮ੍ਰਿਤ ਛਕਣ ਵੇਲੇ ਜੋ ਵਿਤਕਰਾ ਕੀਤਾ ਗਿਆ ਉਹ ਠੀਕ ਨਹੀਂ ਸੀ। ਇਸ ਤੋਂ ਛੇਤੀ ਹੀ ਬਾਅਦ ਆਪਣੇ ਪਿਤਾ ਵਜ਼ੀਰ ਗੁਰਨਾਮ ਸਿੰਘ ਜੀ ਰਾਹੀਂ ਰਾਜ ਮਾਤਾ ਸਾਹਿਬਾ ਵੱਲੋਂ ਬੇਨਤੀ ਆਉਣ ਪਰ ਬਾਬਾ ਜੀ ਨੂੰ ਪਟਿਆਲੇ ਵੱਲ ਪਿਆਨਾ ਕਰਨਾ ਪਿਆ। ਇਸ ਦਾ ਕਾਰਨ ਰਾਜ ਮਾਤਾ ਸਾਹਿਬ ਦੀ ਸਖਤ ਬਿਮਾਰੀ ਸੀ, ਜਿਸ ਦੀ ਹੋਰ ਪੁੱਛ ਪੜਤਾਲ ਕਰਨ ਤੋਂ ਪਤਾ ਲੱਗਾ ਹੈ ਕਿ ਇੰਨੇ ਦਿਨੀ ਗੰਭੀਰ ਰੂਪ ਧਾਰਨ ਕੀਤਾ। ਪੰਨਾ 205 ਤੇ ਰਾਜ ਮਾਤਾ ਸਾਹਿਬਾ ਦੀ ਬਿਮਾਰੀ ਸੰਬੰਧੀ ਜੋ ਘਟਨਾ ਦਰਜ ਹੋਈ ਉਹ ਇਹੋ ਸੀ। ਇਸ ਬਾਬਤ ਉਹਨਾਂ ਦੀ ਰਾਜਪੁੱਤਰੀ ਬੀਬਾ ਹਨੀ ਜੀ ਤੋਂ ਪਤਾ ਕਰਨ ਤੇ ਮਾਲੂਮ ਹੋਇਆ ਕਿ ਇਹ ਘਟਨਾ ਸਤੰਬਰ ਸੰਨ 1938 ਦੀ ਹੈ। ਬਾਬਾ ਜੀ ਕੁਫਰੀ ਹੀ ਸਨ ਕਿ ਜੁਲਾਈ ਵਿੱਚ ਰਾਜ ਮਾਤਾ ਜੀ ਨੂੰ ਡਿਪਥੀਰੀਆ, ਜੋ ਕਿ ਖਤਰਨਾਕ ਗਲੇ ਦਾ ਰੋਗ ਹੈ, ਹੋ ਗਿਆ। ਮਾਤਾ ਜੀ ਨੂੰ ਪਟਿਆਲੇ ਲਿਆਂਦਾ ਗਿਆ। ਇਸ ਦੇ ਵਿਗੜਨ ਨਾਲ ਨੈਫਰਾਈਟਿਸ ਹੋਇਆ ਤੇ ਰਾਜ ਮਾਤਾ ਜੀ ਕਦੇ ਬੇਹੋਸ਼ੀ ਵਿੱਚ ਤੇ ਕਦੇ ਹੋਸ਼ ਵਿੱਚ ਰਹਿੰਦੇ ਸਨ। ਜਦ ਬਾਬਾ ਜੀ ਪੁੱਜੇ ਤਾਂ ਨੇਤਰ ਖੋਲ ਮਾਤਾ ਜੀ ਨੇ ਹੱਥ ਜੋੜੇ। ਫਿਰ ਜੋ ਬਾਬਾ ਜੀ ਪੁੱਛਦੇ ਰਹੇ, ਉਸ ਦਾ ਹੌਲੀ-ਹੌਲੀ ਉੱਤਰ ਵੀ ਦਿੰਦੇ ਰਹੇ। ਨਾਨਾ ਜੀ ਨੇ ਬਖਸ਼ਿਸ਼ ਲਈ ਬੇਨਤੀ ਕੀਤੀ। ਬਾਬਾ ਜੀ ਨੇ ਕੀਰਤਨ ਕਰਾਇਆ। ਬਿਮਾਰੀ ਨੇ ਐਸਾ ਮੋੜਾ ਖਾਧਾ ਕਿ ਸਭ ਹੈਰਾਨ ਹੋ ਗਏ
ਤੇ ਫਿਰ ਹੌਲੀ-ਹੌਲੀ ਰੋਗ ਬਿਲਕੁਲ ਜਾਂਦਾ ਰਿਹਾ। ਸ਼ੰਕਾਵਾਦੀ ਡਾਕਟਰ ਤਾਂ ਕਹਿ ਸਕਦੇ ਹਨ ਕਿ ਸੁਭਾਵਕ ਤੌਰ 'ਤੇ ਚਲਾ ਗਿਆ, ਕਿਉਂਕਿ ਕਈ ਵਾਰੀ ਕ੍ਰਾਈਸਿਸ ਦੇ ਪਿੱਛੇ ਕੁਦਰਤ ਹੀ ਰੋਗ ਨੂੰ ਮੋੜਾ ਪਾ ਦਿੰਦੀ ਹੈ। ਪਰ ਡਾਕਟਰ ਕੀ ਜਾਣਨ ਅਧਿਆਤਮਕਤਾ ਦੇ ਗੁੱਝੇ ਪ੍ਰਭਾਵ ਨੂੰ। ਪਟਿਆਲਿਓਂ ਵਾਪਸ ਆ ਕੇ ਬਾਬਾ ਜੀ ਠਾਠ 'ਤੇ ਹੀ ਠਹਿਰੇ ਰਹੇ ਤੇ ਕੱਤਕ ਪੂਰਨਮਾਸ਼ੀ ਵੀ ਇੱਥੇ ਕੀਤੀ। ਦਸੰਬਰ ਵਿੱਚ ਲਹਿਰੇ ਵਾਲੇ ਸੰਤ ਵਧਾਵਾ ਸਿੰਘ ਜੀ ਦਾ ਸਰੀਰ ਕੁਝ ਬਹੁਤ ਢਿੱਲਾ ਹੋਇਆ, ਜਿਸ ਦੀ ਬਾਬਾ ਜੀ ਨੂੰ ਖਬਰ ਦਿੱਤੀ ਗਈ, ਪਰ ਲਹਿਰੇ ਜਾਣ ਦਾ ਹੁਕਮ ਨਾ ਆਵੇ। ਹੁਕਮ ਨਾ ਆਉਣ ਦਾ ਸੰਭਵ ਕਾਰਨ ਇਹ ਹੋ ਸਕਦਾ ਹੈ, ਭਾਈ ਸਰਦਾਰ ਕਰਤਾਰ ਸਿੰਘ ਜੀ ਅਨੁਸਾਰ ਬਾਬਾ ਜੀ ਨੇ ਦੱਸਿਆ ਕਿ ਰਾਤ ਨੂੰ ਗੁਰੂ ਸਾਹਿਬ ਨੇ ਦਰਸ਼ਨ ਦੇ ਕੇ ਇਉਂ ਫਰਮਾਇਆ, ਆਓ ਚੱਲੀਏ, ਲਹਿਰੇ ਵਾਲਿਆਂ ਦਾ ਅੰਤ ਵੇਲਾ ਆਇਆ ਹੈ। ਇਹ ਕਹਿ ਸਾਨੂੰ ਬਾਹੋਂ ਫੜ ਲਹਿਰੇ ਲੈ ਗਏ। ਉੱਥੇ ਪੁੱਜਣੇ ਤੇ ਲਹਿਰੇ ਵਾਲਿਆਂ ਨੇ ਸਾਨੂੰ ਵੇਖ ਨੇੜੇ ਸੁੱਤੇ ਹੋਏ ਸੇਵਕ ਨਾਨਕਾ ਸਿੰਘ ਨੂੰ ਕਿਹਾ, ਨਾਨਕਾ ਸਿੰਘ ਉੱਠ, ਨਾਨਕਾ ਸਿੰਘ ਉੱਠ, ਦੇਖ ਗੁਰੂ ਨਾਨਕ ਸਾਹਿਬ ਤੇ ਬਾਬਾ ਆਏ ਨੇ। ਪਰ ਨਾਨਕਾ ਸਿੰਘ ਤੇ ਐਸੀ ਮਾਇਆ ਪਾਈ ਕਿ ਉਹ ਵੇਖ ਨਾ ਸਕਿਆ। ਆਉਂਦਿਆਂ ਹੀ ਗੁਰੂ ਨਾਨਕ ਸਾਹਿਬ ਲਹਿਰੇ ਵਾਲਿਆਂ ਦਾ ਹੱਥ ਪਕੜ ਦਰਗਾਹ ਵਿੱਚ ਲੈ ਗਏ। ਉਸ ਵੇਲੇ ਦਰਗਾਹੀ ਵਾਜੇ ਵੱਜ ਰਹੇ ਸਨ, ਦੇਵਤੇ ਜੈ ਜੈਕਾਰ ਕਰ ਰਹੇ ਸਨ। ਫਿਰ ਸਾਨੂੰ ਗੁਰੂ ਸਾਹਿਬ ਨੇ ਜੋ ਤੁਸਾਂ ਉੱਥੇ ਜਾ ਕੇ ਕਰਨਾ ਸੀ, ਉਹ ਤੁਸਾਂ ਨੂੰ ਇੱਥੇ ਹੀ ਵਿਖਾ ਦਿੱਤਾ ਹੈ। ਭਾਈ ਨਾਨਕਾ ਸਿੰਘ ਅਨੁਸਾਰ ਆਖਰੀ ਰਾਤ ਜਿਸ ਵਿੱਚ ਉਹਨਾਂ ਨੇ ਸਰੀਰ ਛੱਡਿਆ, ਪਹਿਲਾਂ ਹੀ ਮੈਨੂੰ ਕਹਿ ਦਿੱਤਾ ਕਿ ਅੱਜ ਦੀਵਾ ਨਹੀਂ ਬੁਝਾਉਣਾ, ਜਗਦੇ ਰੱਖਣਾ। ਉਹ ਪਲੰਗ ਬਿਰਾਜੇ ਹੋਏ ਸਨ ਤੇ ਮੈਂ ਹੇਠਾਂ ਫਰਸ਼ 'ਤੇ ਲੰਮਾ ਪੈ ਗਿਆ। ਮੈਂ 3 ਵਜੇ ਪਾਣੀ ਤੱਤਾ ਕਰਦਾ ਹੁੰਦਾ ਸੀ। ਰਾਤ ਦੇ 2 ਵਜੇ ਦੇ ਕਰੀਬ ਸੰਤ ਜੀ ਮੈਨੂੰ ਕਈ ਵੇਰੀ ਹੌਲੀ-ਹੌਲੀ ਕਿਹਾ, ਉਹ ਗੁਰਾਂ ਦੇ ਲਾਲ ਉੱਠ, ਬਾਬਾ ਜੀ ਆਏ ਨੇ। ਮੈਨੂੰ ਜਾਗੋ ਮਿੱਟੀਓਂ ਭਾਸਿਆ ਜਿਵੇਂ ਬਾਬਾ ਜੀ ਅੱਗਿਓਂ ਕਹਿ ਰਹੇ ਹਨ, ਇਸ ਦੇ ਭਾਗਾਂ ਵਿੱਚ ਕੁਝ ਫਰਕ ਹੈ। ਤੁਹਾਡਾ ਅੰਤ ਦਾ ਸਮਾਂ ਆ ਗਿਆ ਹੈ, ਸਾਡੇ ਨਾਲ ਕੋਈ ਬਚਨ ਬਿਲਾਸ ਕਰਨਾ ਹੈ ਤਾਂ ਕਰ ਲਵੋ। ਉਪਰੰਤ ਦੁਸਹਿਰੇ ਦੇ ਭੋਗ ਤੇ ਬਾਬਾ ਜੀ ਸੰਗਤ ਸਮੇਤ ਲਹਿਰੇ ਪੁੱਜੇ। ਇਸ ਵੇਲੇ ਕਿਵੇਂ ਪੁੱਜੇ, ਇਸ ਦਾ ਵਰਣਨ ਭਾਈ ਪੂਰਨ ਸਿੰਘ ਜੀ ਤਰਨਤਾਰਨ ਨੇ ਆਪਣੀ ਹੱਡਬੀਤੀ ਵਿੱਚ ਕੀਤਾ ਹੈ। ਲੰਕਾ ਸੀ ਕੋਟ ਸਮੁੰਦ ਸੀ ਖਾਈ ਵਾਲਾ ਸ਼ਬਦ ਪੜ੍ਹਾਇਆ ਤੇ ਫਿਰ ਇਸ ਦੀ ਵਿਆਖਿਆ ਕੀਤੀ। ਅੰਤ ਵਿੱਚ ਫਰਮਾਇਆ ਕਿ ਇਸ ਥਾਂ ਤੇ ਜੰਦਰੇ ਨਾ ਮਾਰ ਛੱਡਣੇ। ਇਸ ਤਰ੍ਹਾਂ ਸਤਸੰਗ ਹੁੰਦਾ ਰਹੇ। ਭੋਗ ਪਾਉਂਦਿਆਂ ਸਾਰ ਹੀ ਬਾਬਾ ਜੀ ਨੇ ਵਾਪਸ ਚਾਲੇ ਪਾ ਦਿੱਤੇ। ਉਪਰੰਤ ਪੰਡਤ ਕਿਸ਼ਨ ਸਿੰਘ ਜੀ ਉੱਥੇ ਰਹਿਣ ਲੱਗ ਪਏ। ਹੁਣ ਅੰਗਰੇਜ਼ੀ ਸੰਨ 1940 ਚੜ੍ਹਿਆ। ਜਨਵਰੀ ਦੇ ਕੁਝ ਫਰਵਰੀ ਤਾਂ ਠਾਠ 'ਤੇ ਹੀ ਗੁਜ਼ਾਰਿਆ। ਫਰਵਰੀ ਵਿੱਚ ਲਾਹੌਰ ਪਧਾਰੇ। ਸੰਗਤ ਦੀ ਬੇਨਤੀ ਪਰ ਮਾਡਲ ਟਾਊਨ ਤੇ ਬਾਹਰ ਫਿਰੋਜ਼ਪੁਰ ਵਾਲੀ ਸੜਕ ਦੇ ਨੇੜੇ ਇੱਕ ਟਾਹਲੀਆਂ ਦੇ ਜੰਗਲ ਵਿੱਚ ਸ਼ਾਮ ਦਾ ਦੀਵਾਨ ਸਜਿਆ। ਰਾਤ ਨੂੰ ਉੱਥੇ ਹੀ ਤੰਬੂ ਵਿੱਚ ਵਿਸ਼ਰਾਮ ਕੀਤਾ। ਨਾਲ ਦੇ ਪਿੰਡ ਇਸ਼ਰੇ ਦਾ ਇੱਕ ਮੁਸਲਮਾਨ ਦਰਸ਼ਨਾਂ ਨੂੰ ਆਇਆ। ਬੜਾ ਚਿਰ ਬੈਠਾ ਰਿਹਾ। ਉਸ ਦੀ ਸ਼ਰਧਾ ਭਾਵਨਾ ਦੇਖ ਸ਼ੀਸ਼ ਮਾਲਿਸ਼ ਕਰਨ ਦੀ ਸੇਵਾ ਉਸ ਨੂੰ ਮਿਲ ਗਈ। ਸਵੇਰ ਦੇ ਦੀਵਾਨ ਉਪਰੰਤ ਹਾਜ਼ਰੀ ਛਕ ਕੇ ਬਾਬਾ ਜੀ ਨੇ ਮਾਝੇ ਵੱਲ ਪਿਆਨਾ ਕੀਤਾ। ਬਿਸ਼ਨਨਾਥ ਵਾਲੇ ਪੁਰਾਣੇ ਸਥਾਨ ਤੇ ਜਾ ਆਸਣ ਲਾਇਆ। ਇੱਥੋਂ ਬਾਬਾ ਜੀ ਦਾ ਮਾਝੇ ਦਾ ਨਵਾਂ ਦੌਰ ਸ਼ੁਰੂ ਹੋਇਆ। ਮਾਝੇ ਵਿੱਚ ਮਹਾਨ ਇਕੱਠ। ਫਰਵਰੀ ਵਿੱਚ ਹੋਈ ਫੱਗਣ ਦੀ ਪੂਰਨਮਾਸ਼ੀ ਤੇ ਬਾਬਾ ਜੀ ਪ੍ਰਤਾਪਗੜ੍ਹ ਚਲਾਰੀ ਸਨ। ਕਿਸੇ ਪ੍ਰੇਮੀ ਧੁਮਾ ਦਿੱਤਾ ਕਿ ਬਾਬਾ ਜੀ ਨੇ ਚੇਤ ਦੀ ਆਉਣ ਵਾਲੀ ਮੱਸਿਆ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿੱਚ ਚੋਲਾ ਛੱਡ ਦੇਣਾ ਹੈ। ਜੇ ਕਿਸੇ ਨੇ ਦਰਸ਼ਨ ਕਰਨਾ ਹੈ ਤਾਂ ਐਸੇ ਪੂਰਨਮਾਸ਼ੀ ਤੇ ਕਰ ਲਵੇ।
ਮਹਾਜੱਗ ਜਿੰਨਾ ਫਲ ਹੋਵੇਗਾ। ਜੋ ਇਸ ਚਿੱਠੀ ਨੂੰ ਅਗਾਂਹ ਭੇਜੇਗਾ ਉਸ ਨੂੰ ਵੀ ਫਲ ਮਿਲੇਗਾ। ਇਸ ਤਰ੍ਹਾਂ ਦੀਆਂ ਕਈ ਚਿੱਠੀਆਂ ਸੰਗੀਆਂ ਵਿੱਚ ਫਿਰ ਗਈਆਂ। ਲੋਕੀ ਤਰਾਹ ਤਰਾਹ ਕਰਨ ਲੱਗ ਪਏ। ਸਾਰੇ ਪਾਸੇ ਹਲਚਲੀ ਮਚ ਗਈ। ਜਨਤਾ ਦੀ ਘਬਰਾਹਟ ਦਾ ਇੱਕ ਹੋਰ ਵੀ ਕਾਰਨ ਸੀ। ਉਹ ਸੀ ਚੜ ਰਿਹਾ ਬਿਕਰਮੀ ਸੰਮਤ 1997, ਜਿਸ ਦੀ ਬਾਬਤ ਭਵਿੱਖਤ ਬਾਣੀਆਂ ਤੇ ਜੋਤਸ਼ੀਆਂ ਦੀਆਂ ਪੇਸ਼ੀਨ ਗੋਈਆਂ ਦੇ ਆਧਾਰ ਤੇ ਆਮ ਚਰਚਾ ਸੀ ਕਿ ਬੜਾ ਭਿਆਨਕ ਹੋਵੇਗਾ ਅਤੇ ਸੋ ਸਾਖੀ ਅਨੁਸਾਰ ਪੰਜਾਬ ਦੇ ਮਾਝੇ ਨੇ ਆਟਾ, ਦੁਆਬੇ ਨੇ ਦਲੀਆਂ ਤੇ ਮਾਲਵੇ ਨੇ 2 ਫਾੜ ਹੋਣਾ ਹੈ। ਖਤਰੇ ਦਾ ਸਬੂਤ ਤਾਂ ਇਹ ਸੀ ਕਿ ਦੂਜਾ ਸੰਸਾਰ ਯੁੱਧ ਹਿਟਲਰੀ ਜਰਮਨੀ ਨੇ ਛੇੜ ਦਿੱਤਾ ਹੋਇਆ ਸੀ। ਅੰਗਰੇਜ਼ੀ ਸਰਕਾਰ ਨੂੰ ਵੀ ਪਿੱਛੂ ਪਏ ਹੋਏ ਸਨ। ਬਹੁਤ ਲੋਕਾਂ ਦਾ ਵਿਸ਼ਵਾਸ ਸੀ ਕਿ ਰਾਜ ਉਲਟਣ ਵਾਲਾ ਹੈ, ਅੰਗਰੇਜ਼ਾਂ ਨੇ ਚਲੇ ਜਾਣਾ ਹੈ, ਬੜੀ ਉਪਰਥਲ ਹੋਏਗੀ। ਇਹ ਡਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ 156 ਦੀ ਇੱਕ ਤੁਕ ਤੇ ਆਧਾਰਿਤ ਸੀ, ਜਿਸ ਦੇ ਕਈ ਪ੍ਰਕਾਰ ਦੇ ਅਰਥ ਕੱਢੇ ਜਾਂਦੇ ਹਨ। ਇਹੋ ਜਿਹੇ ਸਮਿਆਂ ਵਿੱਚ ਮਹਾਂਪੁਰਖਾਂ ਦਾ ਲੋਕਾਂ ਨੂੰ ਬੜਾ ਆਸਰਾ ਹੁੰਦਾ ਹੈ। ਸੋ ਉਹਨਾਂ ਸਮਝਿਆ ਕਿ ਜੋ ਬਾਬਾ ਜੀ ਦਾ ਆਸਰਾ ਵੀ ਨਾ ਰਿਹਾ ਤਾਂ ਗੱਲ ਕੁਝ ਨਾ ਰਹੀ। ਐਸੇ ਵਾਤਾਵਰਨ ਵਿੱਚ ਦੁਨੀਆ ਹੁਮਾ ਕੇ ਆਉਣਾ ਸੁਭਾਵਕ ਸੀ। ਆਦਮੀ, ਔਰਤਾਂ, ਘੋੜੀਆਂ, ਲਾਰੀਆਂ, ਟਰੱਕਾਂ, ਗੱਡਿਆਂ ਤੇ ਚੜ੍ਹ ਪੈਦਲ ਜਾਂ ਜੋ ਪ੍ਰਬੰਧ ਕਰ ਸਕੇ ਕਰਕੇ ਬਾਬਾ ਜੀ ਦੇ ਦਰਸ਼ਨਾਂ ਲਈ ਘਰੋਂ ਤੋਂ ਚੱਲ ਪਏ। ਜਾਂ ਇਉਂ ਸਮਝੋ ਕਿ ਜਥਿਆਂ ਦੇ ਜਥਿਆਂ ਨੇ ਪੱਤੇ ਕੀ ਵੱਲ ਵਹੀਰਾਂ ਪਾ ਦਿੱਤੀਆਂ। ਇਸ ਤਰ੍ਹਾਂ ਦੀ ਇੱਕ ਚਿੱਠੀ ਬਾਗਾ ਦੇ ਡਿਪਟੀ ਹੀਰਾ ਸਿੰਘ ਦੇ ਹੱਥ ਆਈ। ਉਹ ਕਹਿਣ ਲੱਗੇ, ਬੜਾ ਕਹਿਰ ਹੋ ਗਿਆ ਏ। 60 ਕੁ ਜੀ ਤਾਂ ਉਹਨਾਂ ਦੇ ਘਰ ਦੇ ਹੀ ਸਨ। ਸਾਰਿਆਂ ਨੂੰ ਲੈ ਮੋਟਰ ਲਾਰੀਆਂ ਵਿੱਚ ਸੰਗਤ ਸਮੇਤ ਪੁੱਜੇ। ਜਦ ਬਾਬਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਫਰਮਾਉਣ ਲੱਗੇ, ਭਾਈ ਅਸਾਂ ਤਾਂ ਕੁਝ ਨਹੀਂ ਕਿਹਾ, ਕਿਸ ਨੇ ਕੁਫਰ ਤੋਲਿਆ ਹੈ ਤੇ ਝੂਠ ਬੋਲਿਆ ਹੈ, ਪਰ ਇਸ ਤਰ੍ਹਾਂ ਖੱਟਿਆ ਪੁੰਨ ਹੈ। ਇਸੇ ਤਰ੍ਹਾਂ ਤੁਸੀਂ ਕਦੇ ਐਵੇਂ ਆਉਣਾ ਸੀ, ਕਦੇ ਨਾ ਕਦੇ ਅਸਾਂ ਚੜ੍ਹਾਈ ਕਰਨੀ ਹੀ ਹੈ। ਜਦ ਸੋ ਸਾਖੀ ਵਿੱਚ ਆਏ ਬਚਨਾਂ ਦੀ ਗੱਲ ਚੱਲੀ ਤਾਂ ਫਰਮਾਨ ਲੱਗੇ, ਭਿਆਨਕ ਸਮਾਂ ਆਏਗਾ ਸਰਦਾਰ ਰਤਨ ਸਿੰਘ ਜੀ ਅਨੁਸਾਰ, ਪਰ ਅਸਾਂ ਉਸ ਵੇਲੇ ਨਹੀਂ ਹੋਣਾ। ਨਾਲ ਇਉਂ ਵੀ ਕਹਿ ਦਿੱਤਾ, ਇਹ ਤਾਂ ਨਹੀਂ ਕਿ ਲੋਹੇ ਦਾ ਸੁਹਾਗਾ ਫਿਰ ਜਾਵੇਗਾ, ਬੰਦੇ ਤਾਂ ਇਹੋ ਹੀ ਰਹਿਣਗੇ, ਪਰ ਉਹਨਾਂ ਦੀ ਬੁੱਧ ਭ੍ਰਿਸ਼ਟ ਹੋ ਜਾਏਗੀ। ਹਾਂ, ਗੁਰੂ ਨਾਨਕ ਦੇ ਘਰ ਦਾ ਦੀਵਾ ਜਗਦਾ ਰਹੇਗਾ। ਗੁਰੂ ਨਾਨਕ ਦੇ ਚਰਨ ਕਿੱਲੀ ਹਨ। ਜਿਹੜੇ ਵੀ ਇਹਨਾਂ ਦੇ ਦੁਆਲੇ ਦੁਆਲੇ ਚੰਬੜੇ ਰਹਿਣਗੇ, ਉਹ ਉਹਨਾਂ ਦਾਣਿਆਂ ਵਾਂਗ ਪਿਸਣ ਤੋਂ ਬਚ ਜਾਣਗੇ ਜੋ ਖਰਾਸ ਦੀ ਕਿੱਲੀ ਨਾਲ ਲੱਗੇ ਰਹਿੰਦੇ ਹਨ। ਸੰਗਤ ਬਹੁਤ ਹੋਣ ਕਰਕੇ ਬਾਬਾ ਜੀ ਨੇ ਫਰਮਾਇਆ ਕਿ ਆਵਾਜ਼ ਸਾਰਿਆਂ ਨੂੰ ਨਹੀਂ ਪੁੱਜਣੀ। ਤਾਂ ਸਰਦਾਰ ਸੰਪੂਰਨ ਸਿੰਘ ਜੀ ਦੇ ਸੁਝਾਅ ਦੇਣ ਤੇ ਬਾਬਾ ਜੀ ਦੀ ਪ੍ਰਵਾਨਗੀ ਦੇਣ ਪਰ ਜਦ ਸਰਦਾਰ ਤਾਰਾ ਸਿੰਘ ਨੇ, ਜੋ ਉਸ ਵੇਲੇ ਹੀ ਕਾਰ ਤੇ ਪੁੱਜਾ ਸੀ, ਉਲਟੇ ਪੈਰੀ ਵਾਪਸ ਜਾ ਸ਼ਾਮ ਤੱਕ ਕਿਰਾਏ ਤੇ ਲਾਊਡ ਸਪੀਕਰ ਲਿਆ ਕੇ ਫਿੱਟ ਕਰਾ ਦਿੱਤੇ, ਤਾਂ ਬਾਬਾ ਜੀ ਨੇ ਬੜੀ ਪ੍ਰਸੰਨਤਾ ਵਿੱਚ ਫਰਮਾਇਆ, ਸਵਾਦ ਹੋਇਆ ਨਾ ਤੂਤਿਆਂ ਦਾ। ਜਿੱਥੇ ਤੱਕ ਆਵਾਜ਼ ਪੁੱਜ ਰਹੀ ਹੈ ਉੱਥੋਂ ਤੱਕ ਸਭ ਦੀ ਮੁਕਤੀ। ਇਸ ਤਰ੍ਹਾਂ ਬੜੀਆਂ ਬਖਸ਼ਿਸ਼ਾਂ ਕੀਤੀਆਂ। ਪਹਿਲਾਂ ਤਾਂ ਸਰਦਾਰ ਤਾਰਾ ਸਿੰਘ ਨੂੰ ਕਿਸੇ ਹੋਰ ਸਬੰਧ ਵਿੱਚ ਭੁਗਤਾਇਆ ਜਾਂਦਾ। ਇਸ ਪਿੱਛੋਂ ਬਾਬਾ ਜੀ ਨੇ ਇਹਨਾਂ ਦਾ ਨਾਮ ਹੀ ਤੂਤਿਆਂ ਵਾਲਾ ਪਾ ਦਿੱਤਾ, ਕਿਉਂਕਿ ਫਿਰ ਰਕਮ ਲਾ ਕੇ ਜਿਵੇਂ ਹੋ ਸਕਿਆ ਬੈਟਰੀ ਸਹਿਤ ਇੱਕ ਸੈੱਟ ਠਾਠ ਲਈ ਇਹਨਾਂ ਨੇ ਖਰੀਦ ਦਿੱਤਾ। ਸੰਗਤ ਬਹੁਤੀ ਆਉਂਦੀ ਦੇਖ ਪੂਰਨਮਾਸ਼ੀ ਤੋਂ 2 ਦਿਨ ਪਹਿਲਾਂ ਹੀ 8-8 ਹੱਥ ਚੌੜੇ 4 ਦਰਵਾਜ਼ੇ ਆਮੇ ਸਾਹਮਣੇ ਰਖਾ ਬਹੁਤ ਸਾਰੇ ਬਾਂਸ ਮੰਗਵਾ ਕੇ ਰਸਤੇ ਬਣਵਾ ਦਿੱਤੇ।
ਕਰੀਰ ਤੇ ਝਾੜੀਆਂ ਵਢਾ ਕੇ ਚੰਗੀ ਉੱਚੀ ਵਾੜ ਚੌਹੀਂ ਪਾਸੇ ਕਰਾ ਦਿੱਤੀ। ਵਾੜ ਦੇ ਅੰਦਰ ਇੱਕ ਪਾਸੇ ਕਨਾਤ 4 ਤੰਬੂ ਲਵਾ ਦਿੱਤੇ। ਕਈ ਲੋਕ ਇਤਨਾ ਅਡੰਬਰ ਵੇਖ ਕੇ ਕੁਝ ਹੈਰਾਨ ਵੀ ਹੁੰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਖਤ ਤੋਂ 50 ਕੁ ਕਰਮ ਸਾਹਮਣੇ ਆਪਣੇ ਲਈ ਟੋਇਆ ਜਾਂ ਪੁਟਾ ਕੇ ਆਣ ਦੀ ਥਾਂ ਬਣਵਾ ਲਈ ਤੇ ਲਾਂਬੇ ਲੱਕੜਾਂ ਦੇ ਅਰਗਲੇ ਲਵਾ ਦਿੱਤੇ। ਜਦ ਲੋਡੇ ਵੇਲੇ ਦੀਵਾਨ ਸਜਿਆ ਤਾਂ ਬਾਬਾ ਜੀ ਦੇ ਸੱਜੇ ਪਾਸੇ ਰਾਗੀ ਤੇ ਖੱਬੇ ਪਾਸੇ ਸੇਵਾਦਾਰ ਸੱਜ ਗਏ। ਖਲਕਤ ਇਤਨੀ ਆ ਰਹੀ ਸੀ ਕਿ ਉਸ ਨੂੰ ਕੰਟਰੋਲ ਕਰਨ ਲਈ ਹੋਰ ਪ੍ਰਬੰਧ ਵੀ ਜ਼ਰੂਰੀ ਸੀ। ਸੋ ਡਾਂਗਾਂ ਵਾਲੇ ਸੋ ਕੁਜਵਾਨ ਸਾਰੇ ਪਾਸੇ ਖੜੇ ਕਰ ਦਿੱਤੇ। ਪਰ 4 ਕੁ ਵਜੇ ਜਦ ਸੇਵਕਾਂ ਨੇ ਆਵਾਜ਼ਾਂ ਦਿੱਤਾ, ਆਓ ਭਾਈ, ਦਰਗਾਹ 'ਚੋਂ ਦਰਵਾਜ਼ੇ ਖੁੱਲ੍ਹ ਗਏ ਹਨ, ਤਾਂ ਦੁਨੀਆ ਇਵੇਂ ਟੁੱਟ ਕੇ ਪਈ ਕਿ ਰੱਸੇ ਰੱਸੀਆਂ ਸਭ ਟੁੱਟ ਗਏ ਤੇ ਧੱਕਮ ਧੱਕਾ ਵੱਜਣ 'ਤੇ ਨੌਬਤ ਪੁੱਜ ਗਈ। ਮੁਖੀ ਸੰਗੀਆਂ ਨੇ ਕਾਰਨ ਇਹ ਦੱਸਿਆ ਕਿ ਹਜ਼ੂਰ ਨੀਵੀਂ ਥਾਂ 'ਤੇ ਬੈਠੇ ਹੋਏ ਨੇ, ਤੁਹਾਡੇ ਦਰਸ਼ਨਾਂ ਖਾਤਰ ਲੋਕਾਈ ਆਈ ਹੈ, ਆਪ ਕਿਸੇ ਉੱਚੇ ਥਾਂ ਬਿਰਾਜੋ। ਪਹਿਲਾਂ ਤਾਂ ਬਾਬਾ ਜੀ ਨੇ ਉਜਰ ਕੀਤਾ ਕਿ ਸਾਡਾ ਇਹ ਅਸੂਲ ਨਹੀਂ ਹੈ। ਖੈਰ ਫਿਰ ਜ਼ੋਰ ਦੇਣ 'ਤੇ ਕੁਝ ਸਮੇਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠਣਾ ਮੰਨ ਗਏ ਤੇ 8 ਜਵਾਨ ਉਵੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਖਤ ਪੋਸ਼ ਚੁੱਕ ਕੇ ਲੈ ਆਏ। ਕੁੱਲ ਆਈ ਸੰਗਤ ਦੀ ਗਿਣਤੀ ਲਗਭਗ 2 ਲੱਖ ਦੀ ਹੋਵੇਗੀ। ਇਤਨਾ ਵੱਡਾ ਇਕੱਠ ਬਾਬਾ ਜੀ ਦੇ ਸਮੇਂ ਵਿੱਚ ਪਹਿਲੀ ਵਾਰੀ ਹੋਇਆ। ਇਕੱਠ ਕੀ ਸੀ? 6 ਕੁ ਕਿੱਲੇ ਜ਼ਮੀਨ ਵਿੱਚ ਇੱਕ ਤਰ੍ਹਾਂ ਦਾ ਵੱਡਾ ਕੈਂਪ ਲੱਗਾ ਹੋਇਆ ਸੀ। ਜਿਵੇਂ ਕਿ ਦੱਸਿਆ ਗਿਆ ਹੈ ਕਿ ਬਾਬਾ ਜੀ ਦੇ ਦੀਵਾਨ ਵਿੱਚ ਲਾਊਡ ਸਪੀਕਰਾਂ ਦੀ ਵਰਤੋਂ ਪਹਿਲੀ ਵਾਰੀ ਇੱਥੇ ਹੀ ਹੋਈ। ਮਾਈਕ ਤੇ ਬਚਨ ਕਰਦਿਆਂ ਸੰਗਤਾਂ ਨੂੰ ਸੰਬੋਧਨ ਕਰਦੇ ਬਾਬਾ ਜੀ ਨੇ ਕੁਝ ਇਸ ਤਰ੍ਹਾਂ ਫਰਮਾਇਆ ਕਿ ਜਾਨਾਂ ਦੇ ਬਚਾਅ ਲਈ ਤੁਸੀਂ ਆਏ ਹੋ, ਤੁਸੀਂ ਪਾਠ ਪੂਜਾ ਕਰਕੇ ਆਪਣੇ ਪੁੰਨ ਵਧਾਓ, ਗੁਰੂ ਦੀ ਓਟ ਲਵੋ, ਗੁਰੂ ਸਾਹਿਬ ਦਾ ਪੱਟਾ ਗਲ ਵਿੱਚ ਪਾਓ, ਮਾਤਾ ਉਤਹਾ ਕਰਕੇ ਨਾਮ ਜਪੋ, ਭਜਨ ਕਰੋ, ਇਹ ਸਮਾਂ ਕਤਈ ਟਲ ਜਾਊਗਾ। ਅਸੀਂ ਜ਼ਿੰਮੇਵਾਰ ਹਾਂ, ਜੋ ਹਵਾ ਵਗਣੀ ਹੈ ਉਹ ਕਿਸੇ ਮੁਲਕ ਤੇ ਵਗ ਜਾਊ। ਲੈ ਲਈ ਜਾਮਨੀ ਬਾਬੇ ਨੇ, ਲੈ ਲਈ ਜਾਮਨੀ ਬਾਬੇ ਨੇ, ਕਰਦੇ ਹੋਏ ਕੰਮ ਤਾਂ ਬਣ ਗਿਆ। ਹੁਣ ਚੱਲੋ ਘਰਾਂ ਨੂੰ ਕਹਿੰਦੇ ਹੋਏ ਕਈ ਤਾਂ ਘਰਾਂ ਨੂੰ ਹੀ ਚਲੇ ਗਏ, ਪਰ ਬਾਕੀ ਆਰਾਮ ਨਾਲ ਸੰਗਤ ਵਿੱਚ ਬੈਠ ਗਏ। ਹੋਰ ਬਚਨ ਕਰਦਿਆਂ ਆਪਣੇ ਢੰਗ ਅਨੁਸਾਰ ਬਾਬਾ ਜੀ ਨੇ ਪ੍ਰਸ਼ਨ ਕੀਤਾ, ਨਾਮ ਦਾ ਸਰੂਪ ਕੀ ਹੈ ਜੀ? ਉੱਤਰ ਤਾਂ ਕਿਸਨੇ ਦੇਣਾ ਸੀ? ਸੋ ਆਪੇ ਹੀ ਇਹ ਸਾਰਾ ਜੋ ਕੁਝ ਤੁਸੀਂ ਵੇਖ ਰਹੇ ਹੋ ਸਭ ਨਾਮ ਦਾ ਸਰੂਪ ਹੀ ਹੈ। ਇਹ ਜੰਗਲ ਵਿੱਚ ਮੰਗਲ ਜੋ ਹੋ ਰਿਹਾ ਹੈ ਸਭ ਨਾਮ ਦੀ ਬਰਕਤ ਹੈ। ਗੁਰੂ ਨਾਨਕ ਦੀ ਗੋਦ ਵਿੱਚ ਸਭ ਇੱਕੋ ਬਣੇ ਬੈਠੇ ਹਾਂ, ਦੂਜਾ ਕੋਈ ਭਾਸਦਾ ਹੈ? ਕੀ ਸਿੱਖ, ਕੀ ਹਿੰਦੂ ਤੇ ਕੀ ਮੁਸਲਮਾਨ, ਸਭ ਦੀਆਂ ਬਿਰਤੀਆਂ ਚਕੋਰ ਵਾਂਗ ਲੱਗੀਆਂ ਹੋਈਆਂ ਹਨ। ਸਭ ਮੁਰਦੇ ਬਣੇ ਬੈਠੇ ਹਨ। ਸ਼ਾਂਤੀ ਵਰਤ ਰਹੀ ਹੈ। ਜਿੱਥੇ ਨਿਰੋਲ ਸਤਸੰਗ ਹੈ ਉੱਥੇ ਸਤਜੁਗ ਹੈ, ਜਿੱਥੇ ਦੁਨੀਆਦਾਰੀ ਹੈ ਉੱਥੇ ਕਲਯੁਗ ਹੈ। ਸਭ ਇੱਕ ਦੇ ਬਣੋ, ਏਦੂ ਵੱਡਾ ਹੋਰ ਕਿਹੜਾ ਕੰਮ ਹੈ? ਸਰਦਾਰ ਕੁੰਦਨ ਸਿੰਘ ਤੇ ਖੁਸ਼ਹਾਲ ਸਿੰਘ ਉੱਥੇ ਉਸੇ ਇਲਾਕੇ ਦੇ ਪ੍ਰਸਿੱਧ ਕਵੀ ਸੀਤਲ ਭੱਟ ਨੂੰ ਲੈ ਆਏ। ਉਸ ਦੀ ਕਵਿਤਾ ਸੁਣਨ ਲਈ ਆਗਿਆ ਮੰਗੀ। ਬਾਬਾ ਜੀ ਨੇ ਹੁਕਮ ਦਿੱਤਾ ਕਿ ਪਹਿਲਾਂ ਰਤਨ ਸਿੰਘ ਨੂੰ ਸੁਣਾਵੇ। ਸਰਦਾਰ ਰਤਨ ਸਿੰਘ ਅਨੁਸਾਰ ਕਵਿਤਾ ਸੁਣ ਕੇ ਦੀਵਾਨ ਵਿੱਚ ਸੁਣਾਉਣ ਦੀ ਮੈਂ ਸਿਫਾਰਿਸ਼ ਕੀਤੀ ਤੇ ਕਿਰਪਾ ਪੂਰਵਕ ਬਾਬਾ ਜੀ ਨੇ ਪ੍ਰਵਾਨਗੀ ਦੇ ਦਿੱਤੀ। ਸੀਤਲ ਭੱਟ ਨੇ ਉਹ ਠੱਠ ਬੱਧਾ ਕਿ ਬਾਬਾ ਜੀ ਵਿਦੇਹ ਹੋ ਗਏ। ਬਿਰਤੀ ਖੁੱਲ੍ਹਣ ਤੇ ਫਰਮਾਇਆ, ਬੱਲੇ ਤੇਰੇ ਮਰਦਾ, ਤੈਨੂੰ ਕੀ ਦੇਈਏ, ਰੰਗ ਬਨ ਛੱਡਿਆ ਈ, ਖੁਸ਼ ਕਰ ਦਿਓ ਇਸ ਨੂੰ। ਜੀ ਉੱਤੋਂ ਤਾਂ ਮੈਂ ਕਰ ਦਿੰਦਾ ਹਾਂ, ਅੰਦਰੋਂ ਤੁਸੀਂ ਕਰ ਦਿਓ।
ਪਾਸ ਹੀ ਮਿਸਰੀਆਂ, ਬਦਾਮਾਂ, ਪਤਾਸ਼ਿਆਂ ਤੇ ਫਲਾਂ ਆਦਿ ਦੇ ਪ੍ਰਸ਼ਾਦ ਦਾ ਇੱਕ ਉੱਚਾ ਢੇਰ ਲੱਗਾ ਪਿਆ ਸੀ। ਕਈ ਮਨ ਪੱਕਾ ਹੋਵੇਗਾ। ਬਾਬਾ ਜੀ ਨੇ ਹੁਕਮ ਦਿੱਤਾ ਕਿ ਭੱਟ ਨੂੰ ਪ੍ਰਸ਼ਾਦ ਦੇ ਕੇ ਪ੍ਰਸੰਨ ਕਰ ਦਿਓ। ਕੋਲ ਉਸ ਦੇ ਖੇਸ ਹੀ ਸੀ। ਕਿਸੇ ਨੇ ਕਿਹਾ ਕਿ ਚੱਲ ਖੇਸ ਹੀ ਵਛਾ ਦੇ। ਮਨ ਸਵਾ ਮਨ ਪ੍ਰਸ਼ਾਦ ਮੈਂ ਜਦ ਖੇਸ ਵਿੱਚ ਪਾਇਆ ਤਾਂ ਉਸ ਤੋਂ ਚੁੱਕਿਆ ਹੀ ਨਾ ਜਾਏ। ਔਖੇ ਸੌਖੇ ਪੰਡ ਬਣ ਕੇ ਉਸ ਨੂੰ ਲਿਜਾਣਾ ਪਿਆ। ਸੰਗਤ ਵਿੱਚੋਂ ਕਿਸੇ ਦੇ ਮਨ ਵਿੱਚ ਸ਼ੰਕਾ ਉਤਪੰਨ ਹੋਇਆ ਹੋਵੇਗਾ ਕਿ ਇੰਨਾ ਪ੍ਰਸ਼ਾਦ ਭੱਟ ਨੂੰ, ਕਿਉਂਕਿ ਬਾਬਾ ਜੀ ਨੇ ਫਰਮਾਇਆ ਜਿਹੜਾ ਤੁਸਾਂ ਪ੍ਰਸ਼ਾਦ ਲਿਆਂਦਾ ਹੈ ਉਹ ਪੁੱਜ ਗਿਆ, ਅੱਗੋਂ ਜਿੰਨਾ ਤੇ ਜਿਸ ਨੂੰ ਚਾਹੀਦੇ ਦੇ ਦੇਈਏ। ਜਿਵੇਂ ਕਿ ਹੋਰ ਥਾਂ ਆਏਗਾ, ਪ੍ਰਸ਼ਾਦ ਦੇਣ ਵਿੱਚ ਬਾਬਾ ਜੀ ਨੇ ਬੜੇ ਉਦਾਰ ਚਿੱਤ ਸਨ। ਰਾਤ ਨੂੰ 50 ਕੁ ਗੈਸ ਜਗਦੇ ਵੇਖ ਕੇ ਬਾਬਾ ਜੀ ਨੇ ਖੁਸ਼ੀਆਂ ਦਾ ਘਰ 'ਚ ਆ ਪੁਰਾਣਾ ਸਮਾਂ ਚੇਤੇ ਕਰਕੇ ਡਿਪਟੀ ਹੀਰਾ ਸਿੰਘ ਨੂੰ ਕਹਿਣ ਲੱਗੇ, ਹੀਰਾ ਸਿੰਘਾ ਵੇਖ ਨਿਰੰਕਾਰ ਦੀ ਕਿਰਪਾ ਹੈ। ਕਦੇ ਵਕਤ ਸੀ ਕਿ ਅਸੀਂ ਟਿੰਡ ਵਿੱਚ ਇੱਕ ਦੀਵਾ ਸਰੋਂ ਦੇ ਤੇਲ ਦਾ ਜਗਾ ਕੇ ਗੁਜ਼ਾਰਾ ਕਰਦੇ ਤੇ ਇਕੱਲੇ ਰਹਿੰਦੇ ਸੀ। ਹੁਣ ਉਹ ਸਮਾਂ ਆ ਗਿਆ ਹੈ ਕਿ ਇਤਨੇ ਗੈਸ ਪੇ ਜਗਮਗਾਉਂਦੇ ਹਨ। ਪਾਠਾਂ ਦਾ ਪ੍ਰਵਾਹ। ਪੂਰਨਮਾਸ਼ੀ ਤੇ 1500 ਪਾਠਾਂ ਦਾ ਦਰਗਾਹੀ ਪ੍ਰਸ਼ਾਦ ਵੰਡਿਆ ਗਿਆ ਤੇ ਬਾਣੀ ਦਾ ਹੜ ਚੱਲ ਪਿਆ। ਆਪਣੀ ਰਹੁ ਰੀਤੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸੁਖਮਨੀ ਸਾਹਿਬ ਦੇ ਪਾਠ ਤਾਂ ਬਾਬਾ ਜੀ ਨੇ ਆਉਂਦਿਆਂ ਹੀ ਰਖਾ ਦਿੱਤੇ ਸਨ। ਇਹਨਾਂ ਪਾਠਾਂ ਦੇ ਭੋਗ ਰਾਤ ਦੇ 1 ਵਜੇ ਦੇ ਲਗਭਗ ਪੈਂਦੇ। 2 ਸੰਪਟ ਪਾਠ ਵੀ ਕਰਾਏ। ਇਸ ਪਾਠ ਦੇ ਤੰਬੂ ਅੰਦਰ ਜਾਣ ਦਾ ਹੁਕਮ ਨਹੀਂ ਸੀ, ਪਰ ਇਸ ਖਿਆਲ ਨਾਲ ਕਿ ਮੀਂਹ ਝੱਖੜ ਖਰਾਬੀ ਨਾ ਕਰੇ, ਬਿਨਾਂ ਆਗਿਆ ਹੀ ਇੱਕ ਪ੍ਰੇਮੀ ਨੇ ਕੋਲੇ ਖੜੇ ਕਰਕੇ ਲੋਹੇ ਦੀਆਂ ਜਿਸਤੀ ਚਾਦਰਾਂ ਦੀ ਛੱਤ ਪਾ ਦਿੱਤੀ। ਦੂਜੇ ਦਿਨ ਕਲਯੁਗ ਨੇ ਇੰਨੀ ਜ਼ਬਰਦਸਤ ਹਨੇਰੀ ਕੱਲੀ ਕਿ ਚਾਦਰਾਂ ਉੱਡ ਗਈਆਂ, ਪਰ ਕੋਲਾ ਫੇਰ ਕੇ ਇਉਂ ਡਿੱਗਾ ਕਿ ਕਿਸੇ ਨੂੰ ਚੋਟ ਨਾ ਆਈ ਤੇ ਨਾ ਕੋਈ ਬੇਅਦਬੀ ਹੋਈ। ਜਿਵੇਂ ਕਿ ਕਿਸੇ ਹੋਰ ਥਾਂ ਦੱਸਿਆ ਗਿਆ ਹੈ, ਸੰਪਟ ਪਾਠ ਵਿੱਚ ਕਲਯੁਗ ਕੁਝ ਨਾ ਕੁਝ ਵਿਘਨ ਪਾਉਣ ਦਾ ਜ਼ਰੂਰ ਯਤਨ ਕਰਦਾ ਹੈ। ਇਸ ਵੇਰੀ ਲਗਭਗ 6 ਹਫ਼ਤੇ ਬਾਬਾ ਜੀ ਮਾਝੇ ਵਿੱਚ ਠਹਿਰੇ। ਕਿਵੇਂ ਇੱਧਰ ਹਵਾਈ ਅੱਡਾ ਬਣਾਉਣ ਦੀਆਂ ਤਿਆਰੀਆਂ ਤੋਂ ਲੋਕਾਂ ਨੇ ਦੁਖੀ ਹੋ ਕੇ ਬਾਬਾ ਜੀ ਪਾਸ ਪੁਕਾਰ ਕੀਤੀ ਤੇ ਕਿਵੇਂ ਉਹਨਾਂ ਦੇ ਪੁੰਨ ਵਧਾਉਣ ਲਈ ਬਾਬਾ ਜੀ ਨੇ ਪਾਠ ਕਰਾਉਣ ਦਾ ਹੁਕਮ ਦਿੱਤਾ ਤੇ ਕਿਵੇਂ ਸਾਰੀ ਸਕੀਮ ਰੱਦ ਕੀਤੀ। ਇਸ ਦਾ ਅਦਭੁਤ ਹਾਲ ਮਾਈ ਭਾਗਨ ਦੀ ਹੱਡਬੀਤੀ ਵਿੱਚ ਪੜ੍ਹਿਆ ਜਾਵੇ। ਅਤੁੱਟ ਲੰਗਰ। ਪੂਰਨਮਾਸ਼ੀ ਤੋਂ ਪਹਿਲਾਂ ਅਤੇ ਪਿੱਛੋਂ ਜਾਣਕਾਰਾਂ ਅਨੁਸਾਰ ਸੰਗਤ ਦੀ ਰੋਜ਼ਾਨਾ ਹਾਜ਼ਰੀ 10,000 ਤੋਂ ਵੱਧ ਹੁੰਦੀ। ਸੇਵਾ ਦਾ ਉਤਸ਼ਾਹ ਵੀ ਇਤਨਾ ਕਿ ਗੱਡਿਆਂ ਦੇ ਗੱਡੇ ਪ੍ਰਸ਼ਾਦੇ ਨਾਲ ਭਰ ਕੇ ਆਉਂਦੇ। ਇਤਨੇ ਪ੍ਰਸ਼ਾਦੇ ਅੰਦਰ ਭੁਗਤਾਉਣ ਦਾ ਅਵਸਰ ਹੀ ਕਿਸ ਨੂੰ ਮਿਲਦਾ। ਜਦ ਸੰਗਤ ਵੀ ਕੁਝ ਬੇਸਬਰੀ ਹੁੰਦੀ ਤਾਂ ਬਾਹਰ ਹੀ ਅਰਦਾਸਾਂ ਸੋਧ ਕੇ ਵਰਤਾ ਦਿੰਦੇ। ਇੱਥੇ ਲੰਗਰ ਦਾ ਕਿਵੇਂ ਰੌਲਾ ਪਿਆ ਰਹਿੰਦਾ, ਇਹ ਲੇਖਕ ਨੇ ਵੀ ਆਪ ਦੇਖਿਆ। ਪਰ ਪੂਰਨਮਾਸ਼ੀ ਵਾਲੇ ਦਿਨ ਇਕੱਠ ਬੇਇੰਤਹਾ ਵੇਖ ਕੇ 4 ਕੋਨਿਆਂ ਤੇ 4 ਲੰਗਰ ਲਾ ਦਿੱਤੇ। ਇੱਕ ਪਾਸੇ ਬਹਿੜਵਾਲ ਦੀ ਸੰਗਤ ਵੱਲੋਂ, ਦੂਜੀ ਵੱਲ ਝਲਾਰਾ ਤੇ ਪੱਤੋ ਦੀ ਸੰਗਤ ਦਾ, ਤੀਜੀ ਗੁੱਠ ਵੱਲ 12 ਟਿੱਬਿਆਂ ਦਾ ਤੇ ਚੌਥਾ ਸੀ ਚੂਨੀਆਂ ਦੀ ਸੰਗਤ ਦਾ। ਸਰਦਾਰ ਰਤਨ ਸਿੰਘ ਅਨੁਸਾਰ ਪੂਰਨਮਾਸ਼ੀ ਵਾਲੇ ਦਿਨ ਤਾਂ ਹੱਦ ਹੀ ਮੁੱਕ ਗਈ। 3-3 ਮਨ ਪੱਕੇ ਪ੍ਰਸ਼ਾਦੇ ਦਬਾ ਦਬ ਸੁੱਟੇ ਜਾਣੇ। ਮਗਰੇ ਮਗਰ ਜਰਦੇ ਪੁਲਾ ਕੜਾਹ ਪ੍ਰਸ਼ਾਦ ਵਾਲਿਆਂ ਨੇ ਵੱਡੇ ਵੱਡੇ ਰੁੱਗ ਪਾਈ ਜਾਣੇ। ਪਿੱਛੋਂ ਦਾਲੋਂ ਵਾਲੇ ਨੇ ਕੜਛੇ ਕੱਤੀ ਜਾਣੇ। ਇਸ ਤਰ੍ਹਾਂ ਥੋੜ੍ਹੇ ਚਿਰ ਵਿੱਚ ਇੱਕੋ ਪੰਗਤ ਵਿੱਚ ਸਾਰੀ ਸੰਗਤ ਨੂੰ ਭੁਗਤਾਇਆ ਗਿਆ। ਬਾਬਾ ਜੀ ਨੂੰ ਲੰਗਰ ਦੇ ਯੋਗ ਪ੍ਰਬੰਧ ਵਿੱਚ ਕਿਤਨਾ ਹਿੱਤ ਸੀ, ਇਸ ਤੋਂ ਪਤਾ ਲੱਗਦਾ ਹੈ। 1 ਵਜੇ ਰਾਤ ਨੂੰ ਚਾਦਰੇ ਦੀ
ਝੁੱਬ ਮਾਰ ਕੇ ਆਪ ਲੰਗਰਾਂ ਦੀ ਪੜਤਾਲ ਕੀਤੀ। ਮੈਨੂੰ ਪੁੱਛਣ ਲੱਗੇ, ਪ੍ਰਸ਼ਾਦਾ ਮਿਲ ਗਿਆ ਸਭ ਨੂੰ? ਜੀ ਹਾਂ ਦਾ ਉੱਤਰ ਸੁਣ ਕੀ ਸਬੂਤ ਹੈ? ਜੇ ਸਭ ਨੂੰ ਮਿਲ ਗਿਆ ਤਾਂ ਪਿੱਛੇ ਵੀ ਰਿਹਾ ਹੋਵੇਗਾ। ਵੱਡਾ ਲੰਗਰ ਝਲਾਰਾਂ ਦਾ ਸੀ। ਉੱਥੇ ਜਾ ਕੇ ਬਾਹਰੋਂ ਹੀ ਆਵਾਜ਼ ਦਿੱਤੀ, ਉਹ ਕਿਹੜਾ ਹੈ ਭਾਈ ਲਾਂਗਰੀ? ਅੱਗੋਂ, ਉਹ ਤੂੰ ਕਿਹੜਾ ਹੈ? ਵਾੜ ਉੱਤੋਂ ਮੂੰਹ ਕੱਢੀ ਖੜਾ। ਬਾਬਾ ਜੀ ਭਾਈ ਇੱਕ ਪ੍ਰਸ਼ਾਦਾ ਚਾਹੀਦਾ ਹੈ। ਉਹ ਇੱਕ ਰੋਟੀ ਤੇ ਥੋੜ੍ਹੀ ਜਿਹੀ ਦਾਲ ਪਾ ਕੇ ਜਦ ਫੜਾਉਣ ਲੱਗਾ ਤਾਂ ਉਸਨੇ ਦੇਖਿਆ ਕਿ ਇਹ ਤਾਂ ਬਾਬਾ ਜੀ ਆਪ ਹਨ। ਮਹਾਰਾਜ ਮਹਾਰਾਜ ਭੁੱਲ ਹੋ ਗਈ, ਬਖਸ਼ ਲਵੋ ਬਖਸ਼ ਲਵੋ। ਬਾਬਾ ਜੀ ਕੋਈ ਨਹੀਂ ਕੋਈ ਨਹੀਂ। ਉਸ ਵੇਲੇ ਵੀ ਲੰਗਰ ਬਚਿਆ ਹੋਇਆ ਵੇਖ ਕੇ ਪ੍ਰਸੰਨ ਹੋ। ਹੈ ਰੋਟੀ ਪਈ? ਕਰ ਕੰਮ ਆਪਣਾ, ਕਹਿ ਕੇ ਹੋਰ ਪਾਸੇ ਚਲੇ ਗਏ। ਸਵੇਰ ਨੂੰ ਜਿੱਥੇ ਲੰਗਰ ਪੱਕਦਾ ਸੀ ਤੇ ਆਟੇ ਦੀਆਂ ਬੋਰੀਆਂ ਦੀ ਢਾਕ ਲੱਗੀ ਹੋਈ ਸੀ, ਉੱਥੇ ਜਾ ਪੁੱਜੇ ਤੇ ਹਾਜ਼ਰੀ ਵੀ ਉੱਥੇ ਹੀ ਬੈਠ ਕੇ ਛਕ ਲਈ। ਲੰਗਰ ਦੇ ਪ੍ਰਬੰਧ ਤੇ ਪ੍ਰਸੰਨ ਹੋ ਕੇ ਬਾਬਾ ਜੀ ਨੇ ਸਰਦਾਰ ਸੁਰੈਣ ਸਿੰਘ ਨੂੰ ਕਿਹਾ, ਬੱਲਿਓ ਤੂੰ ਤਾਂ ਕੁੱਤਿਆਂ ਨੂੰ ਵੀ ਰਜਾ ਦਿੱਤਾ ਹੈ। ਸਾਨੂੰ ਤੇ ਡਰ ਸੀ ਕਿਤੇ ਭੁੱਖਿਆਂ ਹੀ ਨਾ ਮਾਰੇ। ਇੱਕ ਰਾਤ ਥੋੜ੍ਹੇ ਲੰਗਰ ਵਿੱਚ ਕਿਸ ਤਰ੍ਹਾਂ ਬਰਕਤ ਪਾਈ, ਇਸ ਦਾ ਅਦਭੁਤ ਹਾਥ ਲੰਗਰ ਦੇ ਇੰਚਾਰਜ ਭਾਈ ਰਾਮ ਲਾਲ ਦੀ ਹੱਡਬੀਤੀ ਵਿੱਚ ਆਇਆ ਹੈ, ਜਿਸ ਦੀ ਹੋਰ ਪਾਸਿਆਂ ਤੋਂ ਵੀ ਪ੍ਰੋੜਤਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।